ਦਾਸ ਨੂੰ ਕੁਝ ਸਮਾਂ ਪਹਿਲਾਂ ਇੰਗਲੈਂਡ ਦੇ ਵਿੱਚ ਜਾਣ ਦਾ ਸੁਭਾਗ ਮਿਲਿਆ। ਉੱਥੇ ਇੱਕ ਲੈਸਟਰ ਸ਼ਹਿਰ ਹੈ, ਉੱਥੋਂ ਦੇ ਵਾਸੀ ਇੱਕ ਗੁਰਮੁਖ ਪਿਆਰੇ ਨਾਮ ਬਾਣੀ ਦੇ ਰਸੀਏ ਭਾਈ ਗੁਰਬਖਸ਼ ਸਿੰਘ ਜੀ ਪਟਵਾਰੀ ਨੇ। ਉਹਨਾਂ ਨੇ ਦਾਸ ਦੇ ਕੋਲ ਆ ਕੇ ਵਿਚਾਰ ਸਾਂਝੇ ਕੀਤੇ। ਉਹ ਕਹਿਣ ਲੱਗੇ, ਮੈਂ ਹੋਤੀ ਮਰਦਾਨ ਵਾਲੀ ਸੰਪਰਦਾਇ ਦੇ ਮਹਾਂਪੁਰਖ ਉਹਨਾਂ ਦੀ ਸੰਗਤ ਕਰਦਾ ਰਿਹਾ ਹਾਂ ਔਰ ਉਹਨਾਂ ਦੀ ਪ੍ਰੇਰਣਾ ਦਾ ਸਦਕਾ ਮੈਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਔਰ ਉਹਨਾਂ ਦੀ ਕਿਰਪਾ ਦਾ ਸਦਕਾ ਜਿਸ ਦਿਨ ਤੋਂ ਮੈਂ ਅੰਮ੍ਰਿਤ ਛਕਿਆ 33 ਮਾਲਾ ਮੂਲ ਮੰਤਰ ਦੀਆਂ ਮੈਂ ਹਰ ਰੋਜ਼ ਕਰਨ ਲੱਗਿਆ, ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਔਰ ਉਹ 33 ਮਾਲਾ ਰੋਜ਼ ਮੂਲ ਮੰਤਰ ਦੀਆਂ ਕਰਨ ਲੱਗਿਆ। ਲਗਾਤਾਰ ਕਰਦਿਆਂ ਹੋਇਆਂ ਸਮਾਂ ਬੀਤਦਾ ਗਿਆ ਔਰ ਉਹ ਗੁਰਮੁਖ ਪਿਆਰਾ ਇੰਗਲੈਂਡ ਦੇ ਵਿੱਚ ਪੁੱਜਿਆ ਔਰ ਉੱਥੇ ਵੀ ਉਹਨੇ ਆਪਣਾ ਉਹ ਨਿਤਨੇਮ ਜਾਰੀ ਰੱਖਿਆ, ਜਿੱਥੇ ਰੋਜ਼ 33 ਮਾਲਾ ਮੂਲ ਮੰਤਰ ਦੀਆਂ ਉਹ ਫੇਰਦਾ, ਉੱਥੇ ਨਾਲ ਨਾਲ ਹੋਰ ਬਾਣੀਆਂ, 5 ਬਾਣੀਆਂ ਦਾ ਨਿਤਨੇਮ, ਸੁਖਮਨੀ ਸਾਹਿਬ, ਆਸਾ ਜੀ ਦੀ ਵਾਰ, ਰਹਿ ਰਸ ਕੀਰਤਨ ਸੋਹਿਲਾ, ਹੋਰ ਬਾਣੀਆਂ ਦਾ ਵੀ ਬੇਅੰਤ ਨਿਤਨੇਮ ਕਰਦਾ। ਹੁਣ ਐਸੀ ਉਸ ਗੁਰਮੁਖ ਪਿਆਰੇ ਤੇ ਗੁਰੂ ਦੀ ਕਿਰਪਾ ਹੋਈ। ਇਹ ਗੱਲ ਸੁਣੀ ਸੁਣਾਈ ਨਹੀਂ, ਉਸ ਗੁਰਮੁਖ ਪਿਆਰੇ ਨੇ ਆਪਣੇ ਮੁਖਾਰਬਿੰਦ ਤੋਂ ਆਪ ਦੱਸੀ। ਉਹ ਕਹਿਣ ਲੱਗਾ, ਇੱਥੇ ਇੱਕ ਮੁਸਲਮਾਨਾਂ ਦਾ ਪੀਰ ਆਇਆ ਹੈ ਔਰ ਉਸ ਪੀਰ ਦੇ ਮਗਰ ਬੜੀ ਦੁਨੀਆ ਲੱਗੀ, ਕਿਉਂਕਿ ਉਸਨੇ ਬੜੇ ਸ਼ਿਲੇ ਕੱਢੇ ਹੋਏ ਸਨ। ਉਹਦੇ ਵਿੱਚ ਵੀ ਰਿੱਧੀਆਂ ਸਿੱਧੀਆਂ ਕਈ ਐਸੀਆਂ ਗੈਬੀ ਸ਼ਕਤੀਆਂ ਸਨ। ਬਹੁਤ ਸਾਰੇ ਸਿੱਖ ਲੋਕ ਵੀ ਉਹਦੇ ਮਗਰ ਲੱਗੇ, ਕਿਉਂਕਿ ਲੋਕ ਸ਼ਕਤੀ ਦੇ ਪੁਜਾਰੀ ਵਧੇਰੇ ਨੇ ਤੇ ਅਕਾਲ ਪੁਰਖ ਦੇ ਉਪਾਸ਼ਕ ਘੱਟ ਨੇ। ਤੇ ਜਦੋਂ ਬਹੁਤ ਸਾਰੇ ਲੋਕ ਉਸ ਪੀਰ ਦੇ ਮਗਰ ਲੱਗੇ, ਇਹ ਕਿਸੇ ਗੁਰਮੁਖ ਪਿਆਰੇ ਨੇ ਭਾਈ ਗੁਰਬਖਸ਼ ਸਿੰਘ ਪਟਵਾਰੀ ਨੂੰ ਆ ਕੇ ਆਖਿਆ ਕਿ ਭਾਈ ਸਾਹਿਬ ਜੀ, ਪੀਰ ਸਾਹਿਬ ਆਏ ਨੇ, ਬੜੀ ਦੁਨੀਆ ਉਹਨਾਂ ਦੇ ਕੋਲ ਜਾਂਦੀ ਹੈ, ਚਲੋ ਤੁਹਾਨੂੰ ਵੀ ਉਹਨਾਂ ਦੇ ਦਰਸ਼ਨ ਕਰਵਾਈਏ। ਭਾਈ ਗੁਰਬਖਸ਼ ਸਿੰਘ ਜੀ ਕਹਿਣ ਲੱਗੇ, ਭਲਿਆ ਲੋਕਾ, ਮੈਂ ਤੇ ਬਸ ਗੁਰਦੁਆਰੇ ਜਾ ਕੇ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦਾ ਹਾਂ, ਜਾਂ ਗੁਰੂ ਦੀ ਸੰਗਤ ਦੇ, ਜਾਂ ਕੋਈ ਗੁਰਮੁਖ ਪਿਆਰਾ ਮਹਾਂਪੁਰਖ ਆ ਜਾਂਦਾ ਹੈ, ਮੈਂ ਉਹਦੇ ਕੋਲ ਜਾਣਾ ਹਾਂ। ਉਹ ਇੱਕ ਮੁਸਲਮਾਨ ਪੀਰ ਤੇ ਅਸੀਂ ਗੁਰੂ ਦੇ ਸਿੱਖ, ਸਾਡਾ ਉਹਦੇ ਨਾਲ ਕੀ ਸੰਬੰਧ, ਮੈਂ ਨਹੀਂ ਉਸ ਦੇ ਪਾਸ ਜਾ ਸਕਦਾ। ਫਿਰ ਉਸ ਸੱਜਣ ਨੇ ਕਿਹਾ, ਬਈ ਉੱਥੇ ਤਾਂ ਬਹੁਤ ਸਾਰੇ ਸਿੱਖ ਨੇ ਜਿਹੜੇ ਪੀਰ ਸਾਹਿਬ ਦੇ ਕੋਲ ਜਾਂਦੇ ਨੇ, ਤੁਹਾਡੇ ਜਾਣ ਦੇ ਨਾਲ ਕੀ ਹਰਜ ਹੈ। ਤਾਂ ਭਾਈ ਸਾਹਿਬ ਨੇ ਫਿਰ ਆਖਿਆ, ਨਹੀਂ, ਮੇਰਾ ਮਨ ਨਹੀਂ ਮੰਨਦਾ। ਉਹ ਸੱਜਣ ਨੇ ਫਿਰ ਉੱਤੇ ਪ੍ਰੈਸ਼ਰ ਪਾਇਆ, ਕਹਿਣ ਲੱਗਾ, ਭਾਈ ਸਾਹਿਬ ਜੀ, ਜੇ ਇੱਕ ਵਾਰੀ ਤੁਸੀਂ ਚਲੇ ਵੀ ਜਾਓਗੇ ਤਾਂ ਕੀ ਫਰਕ ਪੈਣ ਲੱਗਿਆ, ਤੁਹਾਨੂੰ ਜ਼ਰੂਰ ਜਾਣਾ ਚਾਹੀਦਾ। ਪੀਰ ਸਾਹਿਬ ਬਹੁਤ ਪਹੁੰਚੇ ਹੋਏ ਨੇ। ਚਲੋ, ਜਦੋਂ 3 ਵਾਰੀ ਬਾਰ-ਬਾਰ ਆਖਿਆ ਤੇ ਉਹ ਕਹਿਣ ਲੱਗੇ, ਭਾਈ ਚੰਗਾ, ਮੇਰਾ ਤੇ ਮਨ ਨਹੀਂ ਮੰਨਦਾ, ਪਰ ਤੇਰੇ ਕਹੇ ਮੁਤਾਬਕ ਮੈਂ ਇੱਕ ਵਾਰੀ ਤੇਰੇ ਨਾਲ ਜਾ ਸਕਦਾ ਹਾਂ। ਚਲੋ, ਉਹਨਾਂ ਦੱਸਿਆ ਕਿਸੇ ਦੇ ਘਰ ਉਹਨਾਂ ਦੀ ਰਿਹਾਇਸ਼ ਸੀ। ਉਹ ਸੱਜਣ ਉਹਨਾਂ ਨੂੰ ਨਾਲ ਲੈ ਕੇ ਪੀਰ ਸਾਹਿਬ ਜੀ ਦੀ ਰਿਹਾਇਸ਼ ਤੇ ਪਹੁੰਚ ਗਿਆ ਔਰ ਉੱਥੇ ਪੀਰ ਸਾਹਿਬ ਨੇ ਆਪਣਾ ਲੰਗਰ ਚਲਾਇਆ ਹੋਇਆ ਸੀ। ਜਿਹੜਾ ਵੀ ਆਵੇ ਤੇ ਸੇਵਾਦਾਰ ਇਹ ਗੱਲ ਕਹਿਣ, ਬਈ ਪਹਿਲਾਂ ਖਾਣਾ ਖਾਓ, ਲੰਗਰ ਛਕੋ। ਬਹੁਤੇ ਲੋਕ ਇਸ ਗੱਲ ਦੀ ਵਿਚਾਰ ਘੱਟ ਕਰਦੇ ਨੇ, ਪਰ ਇਸ ਗੁਰਮੁਖ ਪਿਆਰੇ ਦੇ ਗੁਰੂ ਦੀ ਰਹਿਮਤ ਸੀ। ਇਹਨੇ ਸੁਭਾਵਕ ਪੁੱਛ ਲਿਆ, ਬਈ ਲੰਗਰ ਵਿੱਚ ਕੀ ਤੁਸੀਂ ਬਣਾਇਆ ਹੋਇਆ। ਤੇ ਜਦੋਂ ਇਹ ਸਵਾਲ ਕੀਤਾ ਤਾਂ ਕਿਸੇ ਨੇ ਦੱਸ ਦਿੱਤਾ ਵੀ ਇੱਥੇ ਤਾਂ ਕੁੱਠਾ ਮਾਸ ਰਿੰਨਿਆ ਹੋਇਆ।
ਸਾਡੀ ਹਾਲਤ ਦੇਖੋ, ਸਿੱਖ ਵੀ ਛਕ ਰਹੇ ਸੀ, ਦੂਜੇ ਲੋਕ ਵੀ ਛਕ ਰਹੇ ਸੀ। ਤੇ ਇਸ ਗੁਰਮੁਖ ਪਿਆਰੇ ਨੇ ਆਖਿਆ, ਉਹ ਮੈਂ ਤੇ ਘਰ ਜਾ ਕੇ ਲੂਣ ਦੇ ਨਾਲ ਪ੍ਰਸ਼ਾਦਾ ਛਕ ਲਵਾਂਗਾ, ਪਰ ਮੈਂ ਇਹ ਖਾਣਾ ਨਹੀਂ ਖਾ ਸਕਦਾ, ਮੈਂ ਤੁਹਾਡਾ ਲੰਗਰ ਨਹੀਂ ਖਾ ਸਕਦਾ। ਜਦੋਂ ਉਸਨੇ ਜਵਾਬ ਦਿੱਤਾ, CID ਵਾਲੇ ਬੰਦੇ ਵੀ ਨਾਲ ਹੀ ਫਿਰਦੇ ਹੁੰਦੇ, ਕਿਸੇ ਨੇ ਜਾ ਕੇ ਅੰਦਰ ਪੀਰ ਨੂੰ ਦੱਸ ਦਿੱਤਾ ਕਿ ਪੀਰ ਸਾਹਿਬ ਜੀ, ਇੱਕ ਐਸਾ ਕੋਈ ਗੁਰਮੁਖ ਪਿਆਰਾ ਆਇਆ ਹੈ, ਉਹ ਕਹਿੰਦਾ ਮੈਂ ਲੰਗਰ ਨਹੀਂ ਛਕਣਾ। ਇਹ ਵੀ ਧਰਮ ਪ੍ਰਸਤ ਕਰਨ ਵਾਲੀ ਗੱਲ ਹੀ ਹੁੰਦੀ ਹੈ। ਉਹ ਕਹਿੰਦਾ ਮੈਂ ਲੰਗਰ ਨਹੀਂ ਛਕਣਾ। ਤੇ ਉਸ ਪੀਰ ਨੇ ਗੱਲ ਸੁਣਦਿਆਂ ਸਾਰ ਉਹਨੂੰ ਪੁੱਛਿਆ, ਉਹ ਕੌਣ ਹੈ, ਕਿੱਥੇ ਹੈ? ਔਰ ਉਸੇ ਵੇਲੇ ਉਸਨੇ ਇਸ਼ਾਰਾ ਕੀਤਾ, ਉਹ ਸਾਹਮਣੇ ਸਿੰਘ ਖੜਾ ਹੈ। ਤੇ ਪੀਰ ਸਾਹਿਬ ਨੇ ਆਪਣੇ ਕਮਰੇ ਅੰਦਰੋਂ ਝਾਤੀ ਮਾਰ ਕੇ ਉਸ ਸਿੰਘ ਵੱਲ ਤੱਕਿਆ ਤੇ ਫਿਰ ਕੁਝ ਸਮੇਂ ਤੋਂ ਬਾਅਦ ਉਹ ਬਾਹਰ ਨਿਕਲਿਆ। ਉਸਨੇ ਦੂਰ ਖੜ ਕੇ ਜਿਹੜੀ ਉਹਦੇ ਵਿੱਚ ਕੋਈ ਸ਼ਕਤੀ ਸੀ, ਛਿਲੇ ਕੱਢੇ ਹੋਏ ਸਨ, ਔਰ ਉਹਨਾਂ ਨੂੰ ਵਰਤ ਕੇ ਤੇ ਸਿੰਘ ਉਤੇ ਆਪਣਾ ਪ੍ਰੈਸ਼ਰ, ਆਪਣਾ ਪ੍ਰਭਾਵ ਪਾਉਣਾ ਚਾਹਿਆ। ਉਸ ਗੁਰਮੁਖ ਸਿੰਘ ਪਟਵਾਰੀ ਨੇ ਇਹ ਬਚਨ ਦੱਸਿਆ। ਉਹ ਕਹਿੰਦਾ, ਜਦੋਂ ਉਸ ਪੀਰ ਨੇ ਮੇਰੇ ਉੱਤੇ ਆਪਣਾ ਕੋਈ ਮੰਤਰ ਸ਼ਕਤੀ ਦਾ, ਕੋਈ ਤੰਤਰ ਸ਼ਕਤੀ ਦਾ ਪ੍ਰਭਾਵ ਪਾਉਣਾ ਚਾਹਿਆ, ਮੇਰੇ ਵੱਲ ਇੱਕ ਟੱਕ ਦੇਖਦਾ ਰਿਹਾ। ਕੁਝ ਸਮੇਂ ਤੋਂ ਬਾਅਦ ਮੈਨੂੰ ਇਹ ਮਹਿਸੂਸ ਹੋਣ ਲੱਗਿਆ ਜਿਵੇਂ ਕਿ ਮੇਰਾ ਸਰੀਰ ਬਿਲਕੁਲ ਜੜ ਹੋਣ ਲੱਗਿਆ। ਮੈਂ ਸੋਚਿਆ, ਬਈ ਇਹ ਕੀ ਹੋ ਰਿਹਾ ਹੈ? ਮੈਨੂੰ ਕੁਝ ਨਹੀਂ ਪਤਾ ਸੀ ਇਹ ਕੌਣ ਕੀ ਕਰ ਰਿਹਾ ਹੈ। ਪਰ ਮੇਰੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਰਹਿਮਤ ਕੀਤੀ। ਮੂਲ ਮੰਤਰ ਦਾ ਜਾਪ ਮੈਂ ਪਹਿਲਾਂ ਵੀ ਕਰਦਾ ਸੀ ਤੇ ਮੇਰਾ ਉਸੇ ਵੇਲੇ ਧਿਆਨ, ਮੇਰੀ ਸੁਰਤ ਮੂਲ ਮੰਤਰ ਦੇ ਵਿੱਚ ਜੁੜ ਗਈ। ਜਦੋਂ ਮੈਂ ਮੂਲ ਮੰਤਰ ਦਾ ਸਿਮਰਨ ਸ਼ੁਰੂ ਕੀਤਾ, ਬਸ 1-2 ਮਿੰਟ ਦੀ ਗੱਲ ਹੀ ਸੀ। ਉਹ ਐਸੀ ਗੁਰੂ ਨਾਨਕ ਸਾਹਿਬ ਜੀ ਦੀ ਕਲਾ ਵਰਤੀ। ਉਹ ਪੀਰ ਜਿਹੜਾ ਮੇਰੇ ਤੇ ਆਪਣਾ ਮੰਤਰ ਚਲਾ ਰਿਹਾ ਸੀ, ਉਸੇ ਪੀਰ ਤੇ ਉਹ ਉਲਟਾ ਪਿਆ। ਉਹਨੂੰ ਐਸਾ ਚੱਕਰ ਆਇਆ ਤੇ ਉਹ ਮੂੰਹ ਪਰਨੇ ਪੀਰ ਪਰੇ ਦੂਰ ਜਾ ਡਿੱਗਿਆ। ਉਹਦਾ ਸਿਰ ਪੱਕੇ ਥਾਂ ਤੇ ਕੰਧ ਵਿੱਚ ਵੱਜਿਆ ਤੇ ਸਿਰ ਪਾਟ ਗਿਆ, ਲਹੂ ਨਿਕਲਣ ਲੱਗਿਆ। ਤੇ ਜਿਹੜੇ ਉਹਦੇ ਸ਼ਰਧਾਲੂ ਸੀ ਸਾਰੇ ਘਬਰਾ ਗਏ ਵੀ ਇਹ ਕੀ ਪਾਣਾ ਵਰਤਿਆ। ਪਰ ਕਿਸੇ ਨੂੰ ਕੋਈ ਪਤਾ ਨਹੀਂ ਇਹ ਕੀ ਹੋ ਰਿਹਾ ਹੈ। ਇਹ ਜਿਹੜੀਆਂ ਅੰਦਰੂਨੀ ਸ਼ਕਤੀਆਂ ਸੀ, ਉਹਨਾਂ ਦਾ ਮੁਕਾਬਲਾ ਸੀ। ਅਖੀਰ ਉਹ ਭਾਈ ਗੁਰਬਖਸ਼ ਸਿੰਘ ਨੇ ਮਨ ਵਿੱਚ ਵਿਚਾਰ ਕੀਤੀ, ਬਈ ਸਾਰਿਆਂ ਦਾ ਧਿਆਨ ਹੁਣ ਮੇਰੇ ਵੱਲ ਆ ਗਿਆ, ਕਿਉਂਕਿ ਇਹ ਪੀਰ ਮੇਰੇ ਲਈ ਬਾਹਰ ਆਇਆ ਹੈ। ਮੈਂ ਉਸ ਦਾ ਖਾਣਾ ਨਹੀਂ ਖਾਧਾ, ਉਹਨੇ ਕੁਝ ਮੇਰੇ ਤੇ ਕੀਤਾ ਹੈ ਤੇ ਮੇਰੇ ਗੁਰੂ ਨੇ ਕਿਰਪਾ ਕੀਤੀ ਤੇ ਉਲਟਾ ਉਹਦੇ ਉੱਤੇ ਅਸਰ ਹੋਇਆ। ਕਿਧਰੇ ਐਸਾ ਨਾ ਹੋਵੇ ਇਸ ਪੀਰ ਦੇ ਜਿਹੜੇ ਮੁਰੀਦ ਨੇ ਉਹ ਮੈਨੂੰ ਇੱਥੇ ਫੜ ਲੈਣ ਤੇ ਜਾਂ ਮੇਰੇ ਨਾਲ ਕੋਈ ਨਾ ਕੋਈ ਦੁਰਵਿਵਹਾਰ ਕਰਨ, ਇਸ ਲਈ ਇਹ ਚੰਗੀ ਗੱਲ ਨਹੀਂ। ਉਹ ਵਿਚਾਰਾ ਇਕੱਲਾ ਗੁਰਮੁਖ ਪਿਆਰਾ ਉੱਥੋਂ ਖਿਸਕਿਆ ਤੇ ਆਪਣੇ ਘਰ ਆ ਗਿਆ। ਪੀਰ ਨੂੰ ਚੁੱਕ ਕੇ ਹਸਪੀਟਲ ਲੈ ਗਏ, ਟੰਕੇ ਲੱਗੇ ਤੇ ਕਈ ਦਿਨ ਤੋਂ ਬਾਅਦ ਛੁੱਟੀ ਮਿਲੀ, ਫਿਰ ਆਪਣੇ ਘਰ ਆਇਆ। ਤੇ ਉਸ ਪੀਰ ਨੇ ਜਿਹੜੇ ਖਾਸ ਉਹਦੇ ਸਿੱਖ ਮੁਰੀਦ ਬਣੇ ਹੋਏ ਸਨ, ਉਹਨਾਂ ਨੂੰ ਆਪਣੇ ਕੋਲ ਸੱਦਿਆ। ਗੱਲ ਕੋਈ ਨਹੀਂ ਦੱਸੀ। ਉਹਨਾਂ ਨੂੰ ਕਹਿਣ ਲੱਗਾ, ਜਿਹੜਾ ਗੁਰਮੁਖ ਪਿਆਰਾ ਉਸ ਦਿਨ ਆਇਆ ਸੀ ਉਹਨੂੰ ਮੇਰੇ ਕੋਲ ਲਿਆਓ। ਉਹ ਸਾਰੇ ਹੈਰਾਨ ਹੋਏ ਵੀ ਇਸ ਪੀਰ ਦੇ ਦਰਸ਼ਨਾਂ ਨੂੰ ਤੇ ਅਸੀਂ ਤੇ ਤਰਸਦੇ ਹਾਂ, ਸਾਨੂੰ ਸਮਾਂ ਨਹੀਂ ਮਿਲਦਾ, ਪਰ ਇਹ ਪੀਰ ਉਸ ਗੁਰਮੁਖ ਪਿਆਰੇ ਨੂੰ ਆਪ ਬੁਲਾ ਰਿਹਾ ਹੈ। ਚਲੋ ਉਹ ਉਸ ਦੇ ਘਰ ਗਏ ਤੇ ਜਾ ਕੇ ਕਹਿਣ ਲੱਗੇ, ਤੁਹਾਨੂੰ ਪੀਰ ਸਾਹਿਬ ਯਾਦ ਕਰ ਰਹੇ ਨੇ, ਤੁਸੀਂ ਜ਼ਰੂਰ ਚੱਲੋ। ਉਸ ਗੁਰਮੁਖ ਪਿਆਰੇ ਨੇ ਆਖਿਆ, ਭਰਾਵੋ ਮੈਂ ਨਹੀਂ ਜਾਣਾ, ਅੱਗੇ ਮੈਂ ਇੱਕ ਵਾਰੀ ਗਲਤੀ ਕਰ ਲਈ, ਪਰ ਹੁਣ ਮੈਂ ਦੁਬਾਰਾ ਨਹੀਂ ਕਰਾਂਗਾ। ਉਹ ਵਾਪਸ ਮੁੜ ਗਏ। ਕਹਿਣ ਲੱਗੇ, ਪੀਰ ਸਾਹਿਬ ਉਹ ਨਹੀਂ ਆਉਂਦਾ। ਪੀਰ ਨੇ ਆਖਿਆ, ਜਿਵੇਂ ਵੀ ਹੋ ਸਕਦਾ ਹੈ ਬੇਨਤੀ ਕਰੋ,
मैनू तरला करो, उन्हें एक बार जरूर लियाओ। वो दूजी बार फिर गए, मैनू तरला किया, कहन लगे भाई साहब जी सानू खास ताकीद करके भेजिया, थानू जरूर असां लैके जाना। वो कहन लगा भरावो मैं सच्ची गल दसां? वो कहंदे दस। कहंदे अगे वो पीर नू चक्कर आया सी, उहदा सिर पाट गया, ते जे कल नू कुछ हो गया तुसीं मेरे दुआले हो जाना, इसलिए मैं नहीं जाना। वो हैरान होए। अखीर तीजी बार पीर ने फिर आख्या जाओ उसनू जाके एक गारंटी दिओ ते कोई उसनू अल्फ तो बे नहीं आखेगा, एक बारी मैनू दर्शन जरूर दे जावे। ते जदों तीजी बार बंदे भेजे ते चले उस गुरमुख प्यारे ने सतगुरु दे चरनां 'च अरदास कीती, उठ के तुर पिया। जदों पीर दे कोल गया ते पीर उहदे स्वागत लई अगे खड़ा है, घर तो बाहर निकल के। सारे सिंह हैरान ने, सारे देखण वाले हैरान ने। उस पीर ने सब नूं आख्या तुसीं सारे बाहर खड़ो, कल्ले उस गुरमुख प्यारे नूं अपने कमरे विच जिथे उहदा आसन सी उत्थे लै गया। भाई गुरबख्श सिंह जी ने यह बचन आप दसिया। वो कहन लगे उस पीर ने उस कमरे दे विच लिजा के जिथे उहदा अपना आसन विछाया होया सी ते मैनू कहन लगा तू इहदे उत्ते बैठ। वो कहे मैं इस ते नहीं बैठ सकता, ये तुहाडा आसन है। नहीं, थानू बहना पवेगा। चलो मल्लो मल्ली उन्हां नूं अपने आसन ते बैठाया। उस तो बाद उस पीर ने 10,000 पाउंड, आ सुनने वाली गल है गौर दे नाल, 10,000 पाउंड ते एक बड़ी कीमती तस्बी, पता नहीं हीरे मोतियां दी होवेगी, उस गुरमुख प्यारे नूं भेंट कीती। उहनूं कहण लगा बई मैं तेथों हैरान हाँ, मैं मुहम्मद साहब दी वंश दे विचों हाँ, 14वीं गद्दी ते हाँ, मैं 18 शिले कढ़े ने। उन्हें सारी अपनी विथया दसी। मेरे विच बड़ी शक्ति है, मेरे सामने कोई नहीं खलो सकता। मैं अपनी उस मंत्र शक्ति नाल सारियां नूं वस की कर लेना हाँ, पर एक तू इहो जिहा गुरु दा सिख टकरिया है जिसने मेरियां भी पुठियां छालां लवा दित्तियां। मैनू दस तेरे पासों किहड़ी शक्ति है, मैनू ये दस। वो भाई गुरमुख सिंह गुरु दा प्यारा वो मन में सोचण लग्या भी हो की रहा है। वो बिल्कुल साध मुरादा किरत करके खाण वाला, वो पीर दी पूजा हो रही है, भी हो की रहा है। वो कहंदा भी मैनू मेरे कोले कोई मैं शिला नहीं कढ़िया, कोई कुछ होर नहीं कीता, मैं कुछ नहीं तेनू दस सकदा। वो पीर कहण लगा देख मैं तेनू अपनी सारी दिल दी गल गुप्त गल दस चुकिया हाँ, ते तेरा भी फर्ज बनदा है तू भी मैनू अपनी दिल दी गल दस देवें। वो कहंदा भाई कोई गल होवे तां मैं दसां, सारा कुछ ऐन दुनिया दे सामने प्रगट ही बख्शिश कीता है, इसलिए कोई गुप्त गल ते होवे मैं दसां। आखिर वो कहण लगा नहीं थानू दसना ही पवेगा। तां उसने उस वेले बड़े वैराग ते प्रेम दे विच आके बचन कीता। कहण लगा पीर साहिब ये मेरे गुरु नानक साहिब दी, कलगीधर पातशाह दी, धन गुरु ग्रंथ साहिब सच्चे पातशाह दी बख्शिश है। मैं 5 प्यारियां तो अमृत छकिया है, मूल मंत्र दा 33 माला हर रोज करन दा नितनेम बनाया है। बाकी होर बाणियां दा नितनेम मैं हर रोज करदा हाँ। जिन्नी गुरु किरपा करदा है मैं सवेरे 3 बजे तो लैके 9-10 बजे तक अपना पूरा नितनेम करदा हाँ। उस तो बाद गुरुद्वारे आके दर्शन दीदारे करदा हाँ। मैं कोई शिला नहीं कढ़िया, कोई किसी तो मंत्र नहीं सीखिया, सिर्फ मैं अपने गुरु दा मंत्र ही पढ़दा हाँ, मूल मंत्र ही पढ़दा हाँ। इस तो बाद मैनू होर कोई किसी गल दा पता नहीं। जदों इन्नी गल दसी ते पीर ने उस वेले ਉਹਦੇ ਮੂਹਰੇ नमस्कार की, सिजदा किया। कहन लगा धन है तू गुरसिखा जिसने अपने गुरु दे मंत्र दी मूल मंत्र दी साधना की, आराधना की, पर तेरे विच शक्ति इन्नी है
ਵੱਡੇ ਵੱਡੇ ਪੀਰ ਵੀ ਤੇਰੇ ਅੱਗੇ ਝੁਕ ਸਕਦੇ ਨੇ, ਪਰ ਤੂੰ ਆਪਣੀ ਸਾਦੀ ਜ਼ਿੰਦਗੀ ਬਸਰ ਕਰ ਰਿਹਾ ਹਾਂ। ਇਹ ਬੜੀ ਤੇਰੇ ਤੇ ਗੁਰੂ ਦੀ ਰਹਿਮਤ ਹੈ। ਇੰਨੀ ਗੱਲ ਕਹਿ ਕੇ ਉਹ ਗੁਰੂ ਦਾ ਪਿਆਰਾ ਗੁਰਸਿੱਖ ਉਸ ਦੇ ਕਮਰੇ ਤੋਂ ਬਾਹਰ ਆਇਆ। ਨਾ ਉਸਨੇ ਉਸ ਦੀ ਭੇਟਾ ਵੱਲ ਧਿਆਨ ਦਿੱਤਾ, ਨਾ ਉਹਦੀ ਕਿਸੇ ਲਿਹਾਜ਼ ਦੇ ਵਿੱਚ ਜਾਂ ਭੈ ਦੇ ਵਿੱਚ ਆ ਕੇ ਕੋਈ ਕਮਜ਼ੋਰੀ ਦਿਖਾਈ, ਬਲਕਿ ਸੱਚੋ ਸੱਚ ਦੱਸ ਕੇ ਉਹ ਬਾਹਰ ਨਿਕਲ ਆਇਆ। ਉਸ ਤੋਂ ਬਾਅਦ ਉਸ ਗੁਰਮੁਖ ਪਿਆਰੇ ਦਾ ਕਹਿਣਾ ਸੀ ਕਿ 20 ਸਾਲ ਹੋ ਗਏ ਨੇ ਉਹ ਪੀਰ ਮੁੜ ਕੇ ਇੱਥੇ ਨਹੀਂ ਆਇਆ। ਇਹ ਮੂਲ ਮੰਤਰ ਦੀ ਸ਼ਕਤੀ। ਆਪਾਂ ਤੇ ਹੁਣ ਅਭਿਆਸ ਕਮਾਈ ਕੁਛ ਕਰਦੇ ਨਹੀਂ ਤੇ ਗੱਲੀ ਗੱਲੀ ਆਪਾਂ ਸਾਰਾ ਕੁਛ ਲੈਣ ਦਾ ਯਤਨ ਕਰਦੇ ਹਾਂ। ਜਿਨ੍ਹਾਂ ਤੇ ਗੁਰੂ ਦੀ ਰਹਿਮਤ ਹੁੰਦੀ ਹੈ ਤੇ ਭਾਈ ਉਹ ਮੂਲ ਮੰਤਰ ਦਾ ਜਾਪ ਅਭਿਆਸ ਕਰਦੇ ਨੇ, ਉਹਨਾਂ ਤੇ ਬੜੀ ਗੁਰੂ ਦੀ ਬਖਸ਼ਿਸ਼ ਵੀ ਹੁੰਦੀ ਹੈ।